ਸਿਟੀਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵਿੱਚ ਸਵਾਗਤ ਹੈ ਜੀ। ਪੰਜਾਬ ਭਰ ਦੇ ਵਿੱਚ ਬਠਿੰਡਾ ਦੇ ਥਰਮਲ ਪਲਾਂਟ ਦੀ ਚਰਚਾ। ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਨੀਂਹ ਪੱਥਰ ਰੱਖ ਹੁੰਦਾ ਹੈ ਤੇ 550 ਸਾਲ ਆਉਂਦਿਆਂ ਤੱਕ ਉਹਦੇ ਭੋਗ ਪਾਉਣ ਦੀ ਸਰਕਾਰ ਤਿਆਰੀ ਕਰ ਲੈਂਦੀ ਹੈ। ਕਹਿੰਦੇ ਜ਼ਮੀਨ ਵੇਚ ਦੇਣੀ ਆ, ਪੁੱਡਾ ਦੇ ਹਵਾਲੇ ਕਰ ਦੇਣੀ ਆ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਕਾਂਗਰਸ ਨੂੰ ਘੇਰਨ ਤੇ ਆ ਗਈਆਂ। ਕੀ ਥਰਮਲ ਪਲਾਂਟ ਬੰਦ ਹੋਣ ਨਾਲ ਪੰਜਾਬ ਦੇ ਵਿੱਚ ਖਾਸ ਕਰ ਬਠਿੰਡਾ ਖੇਤਰ ਦੇ ਵਿੱਚ, ਮਾਲਵਾ ਖੇਤਰ ਦੇ ਵਿੱਚ ਬਿਜਲੀ ਦੀ ਕਿੱਲਤ ਪੈਦਾ ਹੋਏਗੀ ਤੇ ਕਿਸਾਨਾਂ ਤੋਂ ਕੌਡੀਆਂ ਦੇ ਭਾਅ ਲਈ ਜ਼ਮੀਨ ਦੇ ਰਾਹੀਂ ਸਰਕਾਰ ਕਰੋੜਾਂ ਰੁਪਈਆ ਕਮਾਉਣਾ ਚਾਹੁੰਦੀ ਹੈ? ਇਸ ਦੇ ਪਿੱਛੇ ਕੀ ਹੈ ਸਾਜ਼ਿਸ਼? ਤੇ ਮਨਪ੍ਰੀਤ ਬਾਦਲ ਜਿਹੜੇ ਉਸ ਖੇਤਰ ਤੋਂ MLA ਵੀ ਨੇ ਤੇ ਮੰਤਰੀ ਵੀ ਨੇ, ਉਹਨਾਂ ਨੂੰ ਸਾਹਮਣੇ ਆ ਕੇ ਸਫਾਈ ਦੇਣੀ ਪੈਂਦੀ ਹੈ ਥਰਮਲ ਪਲਾਂਟ ਵਾਲੇ ਮਸਲੇ ਤੇ ਵੀ ਤੇ ਕਿਸਾਨਾਂ ਨੂੰ ਮਿਲਦੀ ਮੁਫਤ ਬਿਜਲੀ ਵਾਲੇ ਮਸਲੇ ਤੇ ਵੀ। ਤੇ ਹੁਣ ਉਹ ਇਹਦਾ ਬਦਲਵਾਂ ਹੱਲ ਕੱਢਣ ਲੱਗੇ ਨੇ ਕਿ ਚਿੰਤਾ ਨਾ ਕਰੋ, ਕਿਸਾਨਾਂ ਦੀ ਮੋਟਰਾਂ ਤੇ ਹੁਣ ਸੋਲਰ ਸਿਸਟਮ ਲੱਗ ਜਾਏਗਾ, ਸਬਸਿਡੀ ਵਾਲਾ ਮਸਲਾ ਹੀ ਖਤਮ ਹੋ ਜਾਏਗਾ, ਮੀਟਰ ਵਾਲਾ ਮਸਲਾ ਹੀ ਖਤਮ ਹੋ ਜਾਏਗਾ। ਸੋ ਇਹ ਸਾਰੇ ਮਸਲੇ ਤੇ ਕਿੰਨੀ ਕੁ ਸੱਚਾਈ ਆ ਸਰਕਾਰ ਦੇ ਦਾਅਵਿਆਂ ਤੇ ਵਾਅਦਿਆਂ ਵਿੱਚ, ਹਕੀਕਤ ਦੇ ਵਿੱਚ ਸਥਿਤੀ ਕਿੱਥੇ ਖੜੀ ਆ, ਇਹ ਸਾਰੇ ਤੇ ਚਰਚਾ ਕਰਾਂਗੇ। ਚਰਚਾ ਕਰਨ ਲਈ ਮਾਹਰ ਮਹਿਮਾਨ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਾਡੇ ਨਾਲ ਨੇ। ਇੰਦਰਪ੍ਰੀਤ ਭਾਜੀ ਸਵਾਗਤ ਕਰਦੇ ਹਾਂ। ਭਾਜੀ ਗੱਲ ਬਠਿੰਡਾ ਤੋਂ ਸ਼ੁਰੂ ਕਰਦੇ ਹਾਂ। 1764 ਏਕੜ ਜ਼ਮੀਨ ਕਹਿੰਦੇ ਕਿ ਪੁੱਡਾ ਨੂੰ ਦੇਣ ਦੀ ਤਿਆਰੀ ਕਰ ਲਈ ਤੇ ਉੱਥੇ ਹੁਣ ਮਾਲ ਬਣ ਸਕਦਾ ਹੈ, ਉੱਥੇ ਵਪਾਰਿਕ ਕੋਈ ਇੰਡਸਟਰੀ ਆ ਸਕਦੀ ਹੈ, ਕੋਈ ਦੁਕਾਨਾਂ ਕੱਟੀਆਂ ਜਾਣਗੀਆਂ, ਲੋਕਾਂ ਦੀਆਂ ਰਹਿਸ਼ੀ ਪਲਾਟ ਤੇ ਫਲੈਟ ਬਣ ਸਕਦੇ ਨੇ। ਤੇ ਜਿਹੜੀ ਕਿਸਾਨਾਂ ਤੋਂ ਕੌਡੀਆਂ ਦੇ ਭਾਅ ਲਈ ਜ਼ਮੀਨ ਸੀ, ਸਰਕਾਰ ਉਹਨਾਂ ਦਾ ਕਰੋੜਾਂ ਰੁਪਈਆ ਬਣਾਉਣਾ ਚਾਹੁੰਦੀ ਹੈ। ਕਿ ਕਿਸਾਨਾਂ ਨੂੰ ਕੋਈ ਰਾਹਤ ਮਿਲੂਗੀ ਜਾਂ ਬਿਜਲੀ ਵਾਲੀ ਜਿਹੜੀ ਕਿੱਲਤ ਪੈਦਾ ਹੋਊਗੀ ਉਹਦੇ ਲਈ ਨਵੀਂ ਕੋਈ ਹੱਲ ਹੈ? ਦੇਖੋ, ਦੋ ਤਿੰਨ ਇਸ਼ੂਜ਼ ਨੂੰ ਆਪਾਂ ਅਲੱਗ-ਅਲੱਗ ਤਰ੍ਹਾਂ ਇਸ ਤੇ ਮਤਲਬ ਡਿਬੇਟ ਚਰਚਾ ਕਰਾਂਗੇ ਤੇ ਮੈਨੂੰ ਓਵਰਆਲ ਸਥਿਤੀ ਦੀ ਸਮਝ ਆਈ ਹੈ। ਦੇਖੋ, ਇੱਕ ਇਹ ਸਾਨੂੰ, ਕਿਉਂਕਿ ਇਹ ਗੁਰੂ ਨਾਨਕ ਦੇਵ ਥਰਮਲ ਪਲਾਂਟ ਹੈ, ਇਸ ਕਰਕੇ ਅਸੀਂ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਅਕਾਲੀ ਦਲ ਹੋਇਆ ਜਾਂ SGPC, ਜਿਹੜੇ ਮੈਂ ਉਹਨਾਂ ਦੇ ਮਤਲਬ ਨੇਤਾ ਨੇ, ਉਹਨਾਂ ਦੇ ਜਿਹੜੇ ਨਾਵਾਂ ਦੇ ਬਿਆਨ ਪੜ੍ਹ ਰਿਹਾ ਸੀ, ਉਸ ਤੋਂ ਮੈਨੂੰ ਇਹ ਲੱਗ ਰਿਹਾ ਸੀ ਕਿ ਮੈਂ ਉਹ ਗੁਰਦੁਆਰਾ ਹੈ ਤੇ ਗੁਰਦੁਆਰਾ ਬੰਦ ਕਰਤਾ ਹੁੰਦਾ। ਉਹ ਇਸ ਤਰ੍ਹਾਂ ਦੀ ਇੱਕ ਉਹ ਦੇ ਰਹੇ ਹੈ, ਮਤਲਬ ਕਿ ਉਹ ਗੁਰੂ ਨਾਨਕ ਸਾਹਿਬ ਦਾ, ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਕਰਕੇ ਵੀ 500 ਸਾਲ ਜਦੋਂ ਸੀਗੇ ਉਦੋਂ ਨੀਂਹ ਪੱਥਰ ਰੱਖਿਆ ਸੀ। ਹੁਣ ਹਰ ਦੇਖੋ, ਸਾਨੂੰ ਸਮਝ ਲੈਣਾ ਚਾਹੀਦਾ ਕਿ ਹਰ ਥਰਮਲ ਪਲਾਂਟ ਦੀ ਇੱਕ ਉਮਰ ਹੈ। ਉਮਰ ਤੋਂ ਬਾਅਦ ਤੁਸੀਂ ਥੋੜਾ ਬਹੁਤ ਉਹਨੂੰ ਹੋਰ ਚਲਾ ਸਕਦੇ ਹੋ। ਇੱਕ ਅੱਧ ਵਾਰ ਉਹਦੇ ਬੋਇਲਰ ਚੇਂਜ ਕਰਤੇ, ਉਹਦੀ ਥੋੜੀ ਮਸ਼ੀਨਰੀ ਚੇਂਜ ਕਰਤੀ, ਉਹ ਥੋੜਾ ਜਿਹਾ ਹੋਰ ਚਲਾ ਜਾਏਗਾ। ਲੇਕਿਨ ਇਹਨਾਂ 25 ਸਾਲਾਂ ਜਾਂ 30 ਸਾਲਾਂ ਦੇ ਵਿੱਚ ਟੈਕਨੋਲੋਜੀ ਬਹੁਤ ਚੇਂਜ ਬਦਲੀ ਹੈ, ਬਹੁਤ ਚੇਂਜ ਹੋ ਜਾਂਦੀ ਹੈ। ਤੇ ਹੁਣ ਤਾਂ 50 ਸਾਲ ਹੋ ਗਏ, ਹੁਣ ਉਹਨੂੰ ਆਲਮੋਸਟ 50 ਸਾਲ ਹੋ ਗਏ। ਅਸੀਂ ਕਹੀਏ ਵੀ ਹੁਣ ਅਸੀਂ ਉਹਨੂੰ ਹੋਰ ਘਸੀਟਣਾ ਜੇ, ਤਾਂ ਇਹ ਸੰਭਵ ਵੀ ਨਹੀਂ ਹੈ। ਅੱਛਾ ਜੀ। ਮਤਲਬ ਜਿਹੜਾ ਇਹਨਾਂ ਦਾ ਮਤਲਬ ਜੋ ਕੱਲ ਦੱਸਿਆ, ਮੈਨੂੰ ਨਹੀਂ ਪਤਾ ਹੁਣ ਉਹ ਕਿੰਨਾ ਠੀਕ ਹੈ, ਉਹ ਕਲੇਮ ਹੈ ਕਿ ਐਕਚੁਅਲ ਹੈ। ਉਹ ਕਹਿ ਰਿਹਾ ਜੀ ਇਹ 7 ਰੁਪਏ 70 ਪੈਸੇ ਪਰ ਯੂਨਿਟ ਬਿਜਲੀ ਦੇ ਰਿਹਾ ਹੈ ਨਾ। ਅੱਛਾ, ਤੇ ਇਸ ਰੇਟ ਤੇ ਬਣਾ ਕੇ ਫਿਰ ਵੇਚ ਕੇ ਕੀ ਫਾਇਦਾ ਸਰਕਾਰ? ਹਾਂ, ਆਲਰੇਡੀ ਮਤਲਬ ਸਾਨੂੰ ਇਸੇ ਰੇਟ ਤੇ ਲਗਭਗ ਮਿਲਦੀ ਹੈ। ਇੱਕ ਉਹ ਛੋਟਾ ਬਹੁਤ ਹੈ। ਅੱਛਾ ਜੀ। ਮਤਲਬ ਉਹ ਸਾਰਾ 440 ਮੈਗਾਵਾਟ ਦਾ ਹੈ। ਠੀਕ ਹੈ। ਹੁਣ ਤੁਸੀਂ ਦੇਖੋ, ਹੁਣ ਜਿਹੜੀ ਨਵੀਂ ਟੈਕਨੋਲੋਜੀਆਂ ਚ ਲੱਗ ਰਹੇ ਨੇ, ਉਨੀ ਹੀ ਜ਼ਮੀਨ ਦੇ ਵਿੱਚ ਜਿੰਨੀ ਇਸ ਪਲਾਂਟ ਕੋਲੇ ਜ਼ਮੀਨ ਹੈ, ਲਗਭਗ 100-200 ਏਕੜ ਘੱਟ ਹੋਊਗੀ। ਲਗਭਗ ਉਨੀ ਜ਼ਮੀਨ ਦੇ ਵਿੱਚ 1920 ਮੈਗਾਵਾਟ ਦਾ ਤਲਵੰਡੀ ਸਾਬੋ ਹੀ ਲਾਤਾ। ਉਸ ਤੋਂ 2000 ਮੈਗਾਵਾਟ ਤੱਕ, ਉੱਥੋਂ ਯਾਨੀ ਕਿ ਹਾਰਡਲੀ ਕਿੰਨਾ ਦੂਰ ਹੈ? 50 ਕਿਲੋਮੀਟਰ। ਠੀਕ, 50 ਕਿਲੋਮੀਟਰ ਦੂਰੀ ਦੇ ਉੱਤੇ ਉਸ ਤੋਂ 5 ਗੁਣਾ ਵੱਡਾ ਪਲਾਂਟ ਲਾਤਾ ਉਨੀ ਜ਼ਮੀਨ ਦੇ ਉੱਤੇ। ਸੇਮ ਹੀ ਰਾਜਪੁਰੇ ਤੁਸੀਂ ਦੇਖਿਆ ਕਿ ਲਗਭਗ ਜ਼ਮੀਨ ਹੈ, ਉਹਨਾਂ ਨੇ ਵੀ ਉਨਾ ਹੀ ਲਗਾਇਆ ਹੋਇਆ। ਸੋ ਇਹ ਹੁਣ ਸਾਨੂੰ ਬਦਲੇ ਹੋਏ ਮਾਹੌਲ ਚ ਚੀਜ਼ ਨੂੰ ਦੇਖਣ ਦੀ ਜ਼ਰੂਰਤ ਹੈ। ਹੁਣ ਹੈ ਕਿ ਵੀ 1764 ਏਕੜ ਦੀ 1764 ਏਕੜ ਜ਼ਮੀਨ ਵੇਚਣੀ ਹੈ, ਨਹੀਂ ਇਸ ਤਰ੍ਹਾਂ ਦਾ ਨਹੀਂ ਹੈ। ਉਹ ਥੋੜਾ ਜਿਹਾ ਇਹਨਾਂ ਨੇ ਵੇਚਣੀ ਤਾਂ ਜ਼ਮੀਨ ਹੈ ਹੀ ਆ, ਉਨੀ ਕਿਸੇ ਤਰ੍ਹਾਂ ਪੂਰੀ ਕਰ ਹੀ ਲੈਣਗੇ, ਲੇਕਿਨ ਉਹਦਾ ਕੁਛ ਨਾ ਕੁਛ ਸ਼ਹਿਰ ਨੂੰ ਫਾਇਦਾ ਕਿਵੇਂ ਹੋਣਾ ਹੈ? ਅੱਛਾ ਜੀ। ਇਸ ਤੇ ਉਹ ਨਗਰ ਕੌਂਸਲ ਨੂੰ ਹੋਣਾ, ਪਾਵਰਕਾਮ ਨੂੰ ਹੋਣਾ, ਸਰਕਾਰ ਨੂੰ ਹੋਣਾ ਕਿ ਕਿਸਾਨਾਂ ਨੂੰ ਵੀ ਹੋਣਾ? ਨਹੀਂ, ਕਿਸਾਨਾਂ ਨੂੰ ਤਾਂ ਇਨਡਾਇਰੈਕਟਲੀ ਵੀ ਫਾਇਦਾ ਹੋਊਗਾ, ਡਾਇਰੈਕਟਲੀ ਫਾਇਦਾ ਤਾਂ ਸ਼ਹਿਰ ਨੂੰ ਹੋਊਗਾ। ਅੱਛਾ ਜੀ। ਸ਼ਹਿਰ ਦੇਖੋ, ਬਠਿੰਡਾ ਸ਼ਹਿਰ ਇੱਕ ਇਹੋ ਜਿਹੀ ਥਾਂ ਤੇ ਹੈ ਜਿੱਥੇ ਨਾ ਗਰਾਊਂਡ ਵਾਟਰ ਬਹੁਤ ਖਰਾਬ ਹੈ, ਟੋਟਲੀ ਨਹਿਰੀ ਪਾਣੀ ਤੇ ਡਿਪੈਂਡ ਨੇ। ਆਏ ਨੇ ਹੁਣ ਤੁਸੀਂ ਦੇਖੋ ਵੀ ਨਦੀਆਂ 'ਚ ਸਾਡੇ ਪਾਣੀ ਘਟਦਾ ਜਾ ਰਿਹਾ ਜੀ। ਜਿਹੜੀਆਂ ਨਹਿਰਾਂ ਨੇ ਉਹਦੀਆਂ ਬੰਦੀਆਂ ਵਧਣ ਲੱਗ ਗਈਆਂ। 15-15 ਦਿਨ ਦੀ ਤਾਂ ਇੱਕ ਨਿਸ਼ਚਿਤ ਬੰਦੀ ਹੈ, ਕਈ ਵਾਰ ਖਰਾਬ ਹੋ ਜਾਂਦੀਆਂ ਤਾਂ ਹੋਰ ਬੰਦੀਆਂ ਵੱਧਦੀਆਂ ਨੇ। ਤਾਂ ਜਿਹੜੇ ਬਠਿੰਡਾ ਸ਼ਹਿਰ ਦੀ ਆਬਾਦੀ ਜਿਹੜੀ 2-2.5 ਲੱਖ ਸੀਗੀ, ਉਹ ਅੱਜ 5 ਲੱਖ ਆਬਾਦੀ ਹੋ ਗਈ ਹੈ। ਬਹੁਤ ਸਾਰੇ ਪਿੰਡ ਬਿਲਕੁਲ ਕਲੋਜ਼ ਹੋ ਗਏ ਹੈ ਤੇ ਉਹ ਹੁਣ
ਮਤਲਬ ਸ਼ਹਿਰ ਦੇ ਵਿੱਚ ਆ ਰਹੇ ਆ ਨਗਰ ਕੌਂਸਲ ਚ ਆ ਰਹੇ ਨੈਚੁਰਲੀ ਹੈ ਕਿ ਜਿਹੜੇ ਪਾਣੀ ਦੀ ਇੱਕ ਦਿੱਕਤ ਹੈ ਉਹ ਵੱਧ ਰਹੀ ਹੈ। ਤਾਂ ਇਹਨਾਂ ਨੇ ਗਵਰਨਮੈਂਟ ਨੇ ਜਿਹੜਾ ਕੈਬਨਿਟ ਨੇ ਪਰਸੋਂ ਡਿਸਾਈਡ ਕੀਤਾ ਹੈ ਕਿ ਜਿਹੜੀਆਂ ਝੀਲਾਂ ਨੇ ਉਹ ਐਜ਼ ਇਟ ਇਜ਼ ਰਹਿਣਗੀਆਂ। ਅੱਛਾ ਜੀ। ਅਸੀਂ ਉਹਨੂੰ ਜਿਹੜੀ ਪਾਣੀ ਦੀ ਸਪਲਾਈ ਹੈ ਅਸੀਂ ਉਹਦੇ ਨਾਲ ਜੋੜ ਦਾਂਗੇ ਉਹਨੂੰ। ਅੱਛਾ, ਮੈਨੂੰ ਲੱਗਦਾ ਕਿ ਅੱਛਾ ਡਿਸੀਜਨ ਹੈ। ਬਿਲਕੁਲ ਦੇਖੋ ਨਹਿਰ ਦੇ ਉੱਪਰ ਝੀਲਾਂ ਨੇ, ਨਹਿਰ ਤੋਂ ਪਾਣੀ ਆਇਆ ਤੁਸੀਂ ਉਹਨੂੰ ਸਟੋਰ ਕਰ ਸਹੀ ਕਰਕੇ ਠੀਕ ਹੈ। ਤੁਸੀਂ ਹੁਣ ਸਾਡੇ ਕੋਲੇ ਜਿਹੜਾ ਐਟ ਪ੍ਰੈਜ਼ੈਂਟ ਉੱਥੇ ਮੈਂ ਵੀ ਬਠਿੰਡੇ ਤੋਂ ਆ, ਮੈਨੂੰ ਪਤਾ ਸੀ 2:30 ਵਜੇ ਉੱਠ ਕੇ ਸਵੇਰੇ ਪਾਣੀ ਭਰਦੇ ਹੁੰਦੇ ਸੀਗੇ ਕਿਉਂਕਿ ਉਹ ਸਿਰਫ ਘੰਟਾ 1.5 ਘੰਟੇ ਵਾਸਤੇ ਹੀ ਨਹਿਰੀ ਪਾਣੀ ਆਉਂਦਾ ਸੀ। ਅੱਛਾ, ਬਾਕੀ ਟਾਈਮ ਉਹ ਦੂਜਾ ਪਾਣੀ ਦਿੰਦੇ ਸੀ। ਹਾਂ, ਉਹ ਪੀਣ ਯੋਗ ਨਹੀਂ ਹੈਗਾ, ਉਹ ਭਰਨਾ ਉਹ ਵੀ ਪੈਂਦਾ ਸੀ ਵੀ ਚਲੋ ਠੀਕ ਹੈ ਇਹਦੇ ਨਾਲ ਕੱਪੜੇ ਧੋ ਲਏ, ਹੱਥ ਕੁਝ ਹੋਰ ਇਸ ਤਰ੍ਹਾਂ ਦਾ ਕੁਝ ਕਰ ਲਓ, ਲੇਕਿਨ ਭਰਨਾ ਤਾਂ ਉਹ ਵੀ ਪੈਂਦਾ ਸੀਗਾ। ਪਰ ਲੇਕਿਨ ਮੇਨਲੀ ਤਾਂ ਪੀਣਾ ਹੈ ਨਾ। ਹਾਂ, ਉਹ ਪਾਣੀ ਲਈ ਤਾਂ 2:30 ਵਜੇ ਤੁਹਾਨੂੰ 2:30 3 3:30 ਜਿੱਦਾਂ ਵੀ ਆਇਆ ਉਹਨੂੰ ਉੱਠਣਾ ਹੀ ਪਏਗਾ, ਭਰਨਾ ਪੈਂਦਾ ਸੀ। ਸੋ ਹੁਣ ਘੱਟੋ ਘੱਟ ਜੇ ਇਹ ਤਾਂ ਵੀ ਸਾਡੇ ਕੋਲੇ ਮੈਨੂੰ ਯਾਦ ਹੈ ਉਦੋਂ 10 ਜਾਂ 12 ਦਿਨ ਦਾ ਪਾਣੀ ਸਟੋਰੇਜ ਹੁੰਦਾ ਸੀ, ਯਾਨੀ ਕਿ ਜੇ 15 ਦਿਨ ਦੀ ਬੰਦੀ ਲੱਗ ਗਈ ਹੈ ਤਾਂ ਉਹ 3-4 ਦਿਨ ਕੱਟਣੇ ਬਹੁਤ ਔਖੇ ਹੁੰਦੇ ਸੀ, ਬਹੁਤ ਹੀ ਔਖੇ ਹੁੰਦੇ ਸੀ। ਹੁਣ ਘੱਟੋ ਘੱਟ ਇਹ ਹੈ ਕਿ ਤੁਹਾਡੇ ਕੋਲੇ 2.5-3 ਮਹੀਨੇ ਦਾ ਇੱਕ ਉਹ ਹੈ ਵੀ ਜੇ ਤੁਸੀਂ 2.5-3 ਮਹੀਨੇ ਵੀ ਨਹਿਰ ਬੰਦ ਕਰਤੀ ਤਾਂ ਤੁਹਾਡੇ ਕੋਲੇ 2.5-3 ਮਹੀਨੇ ਦਾ ਪਾਣੀ ਪਿਆ ਲੋਕਾਂ ਨੂੰ ਦੇਣ ਲਈ। ਹਾਂ, ਤੇ ਜਦੋਂ ਨਹਿਰ ਸ਼ੁਰੂ ਹੋਈ ਤਾਂ ਤੁਸੀਂ ਫਿਰ ਦੁਬਾਰਾ ਆਪਣਾ ਸਟੋਰ ਕਰ ਲਿਆ। ਠੀਕ ਹੈ। ਸੋ ਮੈਨੂੰ ਇਹ ਲੱਗਦਾ ਵੀ ਇੱਕ ਤਾਂ ਇਹ ਜਿਹੜਾ ਪਹਿਲੂ ਹੈ ਇਹ ਪੋਜ਼ਿਟਿਵ ਪਹਿਲੂ ਹੈ। ਤੁਹਾਨੂੰ ਲੱਗਦਾ ਕਿ ਬਠਿੰਡਾ ਹੁਣ ਪੀਣ ਵਾਲੇ ਪਾਣੀ ਦੀ ਕਿੱਲਤ ਚੋਂ ਨਿਕਲ ਸਕਦਾ? ਜੇ ਗਵਰਨਮੈਂਟ ਇਹ ਕਹਿ ਰਹੀ ਔਰ ਇਸ ਕਾਲ ਨੂੰ ਪੁਗਾ ਦੇ, ਲਾਗੂ ਕਰਦੀ ਹੈ, ਸਭ ਨਾਲ ਕੰਮ ਕਰਦੀ ਹੈ। ਦੇਖੋ ਕਈ ਵਾਰ ਜਿਹੜੇ ਪੋਲੀਟੀਸ਼ੀਅਨ ਹੁੰਦੇ ਨੇ ਉਹ ਗੱਲਾਂ ਕਰਦੇ ਬਹੁਤ ਹਵਾ ਚ ਨੇ, ਅੱਛਾ ਦਿਖਾਉਂਦੇ, ਗਵਾਰਾ ਬਹੁਤ ਵਧੀਆ ਬਣਾਉਂਦੇ ਨੇ, ਲੇਕਿਨ ਜਦੋਂ ਅਮਲੀ ਰੂਪ ਬਣਾਉਣਾ ਹੁੰਦਾ ਹੈ ਫਿਰ ਉਹ ਪਿੱਛੇ ਆ ਜਾਂਦੇ ਨੇ। ਸੋ ਮੇਰਾ ਇਹ ਹੈ ਵੀ ਜਿਸ ਤਰ੍ਹਾਂ ਦਾ ਦਿਖਾਇਆ ਜੇ ਤਾਂ ਉਸ ਤਰ੍ਹਾਂ ਕਰ ਲਿਆ ਤਾਂ ਮੈਨੂੰ ਲੱਗਦਾ ਕਿ ਇਹ ਇੱਕ ਵਧੀਆ ਤੁਸੀਂ ਕਹੋ ਕਿ ਇੱਕ ਚੰਗੀ ਦਿਸ਼ਾ ਵੱਲ ਕਦਮ। ਠੀਕ ਹੈ। ਹੁਣ ਆ ਗਿਆ ਥਰਮਲ ਕਲੋਨੀ। ਹਾਂਜੀ, ਥਰਮਲ ਕਲੋਨੀ ਤੇ ਬਹੁਤ ਵੱਡੀ ਹੈ। ਹਾਂ, ਤੁਸੀਂ ਦੇਖੀ ਹੋਣੀ ਹੈ। 280 ਏਕੜ ਦੇ ਕਰੀਬ। ਹਾਂ, ਯਾਨੀ ਕਿ ਇੱਕ ਪੂਰਾ ਚੰਡੀਗੜ੍ਹ ਦੇ ਸੈਕਟਰ ਤੋਂ ਵੱਡੀ ਹੈ। ਬਿਲਕੁਲ। ਚੰਡੀਗੜ੍ਹ ਦਾ ਸੈਕਟਰ 256 ਏਕੜ ਦਾ, ਹਾਂ, ਉਹਦੇ ਨਾਲ 280 ਏਕੜ ਦੀ ਹੈ, ਯਾਨੀ ਕਿ ਉਹਦੇ ਨਾਲੋਂ ਜ਼ਿਆਦਾ ਵੱਡੀ ਹੈ। ਤਾਂ ਉਸ ਪੂਰੇ ਸੈਕਟਰ 'ਚ ਗਵਰਨਮੈਂਟ ਨੇ ਇਹ ਕਿਹਾ ਹੈ ਕਿ ਅਸੀਂ ਆਪਣੀ ਜਿਹੜੀ ਸਿਵਲ ਲਾਈਨ ਹੈ ਔਰ ਪੁਲਿਸ ਲਾਈਨ ਹੈ, ਇਸ ਜਿੰਨੇ ਮੁਲਾਜ਼ਮ ਸਾਡੇ ਰਹਿੰਦੇ ਨੇ ਉਹ ਬਹੁਤ ਖੰਡਰਾਤ ਹੋ ਚੁੱਕੇ ਆ, ਜਿਹੜੇ ਘਰ ਨੇ। ਹਾਂ, ਪਰ ਉਹ ਹੈ ਬਿਲਕੁਲ ਸ਼ਹਿਰ ਦੇ ਹਾਰਟ ਦੇ ਵਿੱਚ, ਹੈਨਾ। ਤਾਂ ਉਹ ਅਸੀਂ ਸਾਰੀ ਐਡਮਿਨਿਸਟ੍ਰੇਸ਼ਨ ਉੱਥੇ ਸ਼ਿਫਟ ਕਰ ਦਾਂਗੇ। ਇੱਕ ਉਹ ਬਹੁਤ ਨੀਵਾਂ ਇਲਾਕਾ ਹੈ। ਅੱਛਾ ਜੀ। ਤੁਸੀਂ ਦੇਖਿਆ ਹੋਣਾ ਵੀ ਜਦੋਂ ਬਾਰਿਸ਼ਾਂ ਹੁੰਦੀਆਂ ਨੇ ਉਹ ਸਾਰਾ ਪਾਣੀ ਮਤਲਬ ਇੱਕ ਮੰਜ਼ਿਲ ਤੱਕ ਚੜ ਜਾਂਦਾ। ਆਏ ਦਿਨ ਖਬਰਾਂ ਆਉਂਦੀਆਂ ਡੀਸੀ ਦੀ ਕੋਠੀ 'ਚ ਪਾਣੀ ਭਰ ਗਿਆ, ਐਸਐਸਪੀ ਦੀ ਕੋਠੀ 'ਚ ਪਾਣੀ ਭਰ ਗਿਆ। ਤਾਂ ਇੱਕ ਐਮਬੈਰਸਮੈਂਟ ਵੀ ਹੁੰਦੀ ਹੈ ਇਸ ਗਵਰਨਮੈਂਟ ਲਈ ਵੀ ਹਾਂ ਯਾਰ ਵੀ ਅਸੀਂ ਜੇ ਆਪਣੇ ਡੀਸੀ ਤੇ ਐਸਐਸਪੀਆਂ ਦੇ ਇਹ ਨਹੀਂ ਬਚਾ ਸਕੇ ਲੋਕਾਂ ਨੂੰ ਕਿਵੇਂ ਬਚਾਵਾਂਗੇ। ਸੋ ਇੱਕ ਇਦਾਂ ਹੈ ਕਿ ਇਹਨੂੰ ਇੱਥੋਂ ਸ਼ਿਫਟ ਕਰਕੇ ਬਾਹਰ ਲੈ ਜਾਣਗੇ, ਉੱਥੇ ਕਲੋਨੀ 'ਚ ਸ਼ਿਫਟ ਕਰ ਦੇਣਗੇ। ਤਾਂ ਯਾਨੀ ਕਿ ਇਹ ਵੀ ਜਗ੍ਹਾ ਸਰਕਾਰੀ ਹੀ ਰਹੇਗੀ, ਪਰ ਉਹ ਜਿਹੜੀ ਸਰਕਾਰੀ ਜਗ੍ਹਾ ਹੈ 65 ਏਕੜ ਹੈਗੀ ਉਹ ਵੇਚ ਦੇਣਗੇ। ਅੱਛਾ, ਸਮਝ ਗਏ ਮੇਰੀ ਗੱਲ? ਉਹ ਉੱਥੇ ਜਿਹੜਾ ਜਿੱਥੇ ਐਟ ਪ੍ਰੈਜ਼ੈਂਟ ਸਿਵਲ ਲਾਈਨ ਤੇ ਪੁਲਿਸ ਲਾਈਨ ਬਣੀ ਹੋਈ ਹੈ ਉਹ ਬਹੁਤ 65-70 ਏਕੜ ਜ਼ਮੀਨ ਹੈ, ਉਹ ਕਾਫੀ ਦੂਰ ਤੱਕ ਹੈ, ਤੁਸੀਂ ਦੇਖਿਆ ਹੋਣਾ। ਉਹ ਸਾਰੀ ਜ਼ਮੀਨ ਬਹੁਤ ਅੱਛੇ ਭਾਅ ਤੇ ਵਿਕ ਵੀ ਸਕਦੀ ਹੈ। ਠੀਕ ਹੈ। ਜੋ ਤੇ ਤੁਸੀਂ ਸਿਟੀ ਪਾਰਕ ਬਣਾ ਲਓ ਜਾਂ ਹੋਰ ਜੋ ਵੀ ਉਹਦੇ ਡਿਵੈਲਪਮੈਂਟ ਦਾ ਮਾਡਲ ਹੈ ਜੋ ਕਰ ਲਓ ਉਹਨੂੰ, ਤਾਂ ਉਹ ਮੈਨੂੰ ਲੱਗਦਾ ਕਿ ਵਿਕ ਸਕਦੀ ਹੈ ਔਰ ਉਹਦਾ ਜਿਹੜਾ ਪੈਸਾ ਹੈਗਾ ਉਹ ਡਿਵੈਲਪਮੈਂਟ ਦੇ ਕੰਮਾਂ ਤੇ ਲੱਗ ਸਕਦਾ ਹੈ ਜੇ ਤੁਸੀਂ ਮਤਲਬ ਉਹਨੂੰ ਉਸ ਤਰ੍ਹਾਂ ਯੂਜ਼ ਕਰ ਲੈਂਦੇ ਹੋ। ਯਾਨੀ ਉਹਦਾ ਕੁਝ ਹਿੱਸਾ ਤੁਹਾਨੂੰ ਉਹਨੂੰ ਦੇਣਾ ਪਏਗਾ, ਕੀ ਨਾਮ ਹੈ, ਬਿਜਲੀ ਬੋਰਡ ਨੂੰ, ਕਿਉਂਕਿ ਉਹਦੀ ਤੁਸੀਂ ਪਾਵਰ ਕਲੋਨੀ ਦੀ ਜ਼ਮੀਨ ਲੈ ਲਈ, ਉਹਦੇ ਬਦਲੇ ਕੁਝ ਦੋਗੇ ਨਾ ਅਗਲੇ ਨੂੰ। ਤਾਂ ਇਸੇ ਤਰ੍ਹਾਂ ਹੀ ਕਿਉਂਕਿ ਐਸੈਟ ਤਾਂ ਉਹਨਾਂ ਦੇ ਨੇ ਨਾ। ਹਾਂ, ਇਹਨਾਂ ਨੇ ਕਿਹਾ ਕਿ ਉਹ ਜ਼ਮੀਨ ਭਾਅ ਦੇ ਅੱਜ ਦੇ ਭਾਅ ਦੇ ਸਾਨੂੰ ਅਦਾ ਕਰਾਂਗੇ ਤੇ ਪ੍ਰੋਫਿਟ ਚੋਂ ਵੀ 80% ਹਿੱਸਾ ਦੇਵਾਂਗੇ। ਤੀਸਰੀ ਚੀਜ਼ ਹੈ ਜਿਹੜੀ ਹੁਣ 1320 ਏਕੜ ਰਹਿ ਗਈ। ਅੱਛਾ ਜੀ। ਜਿੱਥੇ ਇਸ ਟਾਈਮ ਤੇ ਥਰਮਲ ਤੇ ਡੰਪ ਹੈ। ਹਾਂ, ਡੰਪ ਹੈ। 800 ਏਕੜ ਦੇ ਵਿੱਚ ਡੰਪ ਹੈ ਜਿੱਥੇ ਉਹ ਕੋਇਲੇ ਦੀ ਰਾਖ ਗਿਰਦੀ ਹੈ ਔਰ ਬਾਕੀ ਦੇ ਵਿੱਚ ਤੁਸੀਂ ਦੇਖੋ ਥਰਮਲ ਪਲਾਂਟ ਲੱਗਿਆ ਹੋਇਆ ਹੈ। ਥਰਮਲ ਪਲਾਂਟ ਆ ਜੋ। ਸੋ ਇਹਦੇ ਉੱਤੇ ਗਵਰਨਮੈਂਟ ਦਾ ਇਹ ਹੈ ਵੀ ਅਸੀਂ ਇਹਦਾ ਪੂਰਾ ਇੱਕ ਇਨਫਰਾਸਟ੍ਰਕਚਰ ਤਿਆਰ ਕਰਾਂਗੇ, ਇਹਨੂੰ ਢਾਹ ਦਾਂਗੇ। ਅੱਛਾ ਜੀ। ਔਰ ਇਹਦਾ ਪੂਰਾ ਇੱਕ ਇਨਫਰਾਸਟ੍ਰਕਚਰ ਤਿਆਰ ਹੋਊਗਾ, ਇੰਡਸਟਰੀਅਲ ਹੱਬ ਬਣਾਵਾਂਗੇ। ਜਿਹੜਾ ਮਨਪ੍ਰੀਤ ਬਾਦਲ ਨੇ ਕੱਲ ਕਲੇਮ ਕੀਤਾ ਹੈ ਕਿ ਗਵਰਨਮੈਂਟ ਆਫ ਇੰਡੀਆ ਪੂਰੇ ਕੰਟਰੀ ਦੇ ਵਿੱਚ 3 ਫਾਰਮਾਸਿਊਟੀਕਲ ਪਾਰਕ ਬਣਾਉਣ ਜਾ ਰਹੀ ਹੈ। ਉਹਨਾਂ 'ਚ ਇੱਕ ਪਾਰਕ ਅਲਾਟ ਹੋ ਗਿਆ ਗੁਜਰਾਤ ਨੂੰ। ਠੀਕ ਹੈ। 2 ਹੋਰ ਹੋਣੇ, ਦੋਵਾਂ ਚੋਂ ਅਸੀਂ ਇੱਕ ਲੈਣ ਨੂੰ ਫਿਰਦੇ ਹਾਂ। ਤੇ ਉਹ ਕਹਿ ਰਿਹਾ ਵੀ ਜੇ ਅਸੀਂ ਉਹ ਟਰਾਈ ਕਰ ਰਹੇ ਹਾਂ ਕਿ ਸਾਨੂੰ ਉਹ ਮਿਲ ਜੇ। ਦੇਖੋ ਜੇ ਉਹ ਮਿਲ ਜਾਂਦਾ ਹੈ ਤਾਂ ਗੁੱਡ ਐਂਡ ਵੈਲ ਹੈ,
ਕਿਉਂਕਿ ਉਹਦੇ ਵਿੱਚ ਗਵਰਨਮੈਂਟ ਨੇ ਕਿਹਾ ਹੈ ਵੀ ਅਸੀਂ 700 ਕਰੋੜ ਰੁਪਇਆ ਲਗਾਵਾਂਗੇ ਉੱਥੇ ਮਤਲਬ ਇੰਫਰਾਸਟ੍ਰਕਚਰ ਅਸੀਂ ਤੁਹਾਨੂੰ ਲੱਗਦਾ ਮਿਲ ਜੂਗਾ? ਤੁਹਾਨੂੰ ਲੱਗਦਾ? ਕਿਉਂਕਿ ਗੁਜਰਾਤ ਦਾ ਤਾਂ ਪ੍ਰਧਾਨ ਮਤਲਬ ਮੰਤਰੀ ਹੈ, ਸਾਡਾ ਪ੍ਰਧਾਨ ਮੰਤਰੀ ਸਾਡੀ ਪੰਜਾਬ ਦੀ ਸਿਰਫ ਇਹੀ ਹੈ ਕਿ ਅਸੀਂ ਮਤਲਬ ਆਪੋਜੀਸ਼ਨ ਪਾਰਟੀ 'ਚ ਬੈਠੇ ਹਾਂ ਨਾ, ਉਹ ਉੱਥੇ ਬੀਜੇਪੀ ਦੀ ਰੂਲਿੰਗ ਸਟੇਟ ਹੈ, ਬੀਜੇਪੀ ਨੇ ਆਪਣੇ ਉਹਨੂੰ ਦੇਤਾ, ਆਪਣਾ ਹੀ ਪ੍ਰਧਾਨ ਮੰਤਰੀ ਹੈ, ਆਪਣਾ ਪ੍ਰਧਾਨ ਮੰਤਰੀ ਹੈ ਉਹਨਾਂ ਦਾ। ਇਸ ਤਰ੍ਹਾਂ ਹੀ ਕੱਲ ਨੂੰ ਉਹ ਹਰਿਆਣਾ ਸਾਡੇ ਨਾਲ ਲੱਗਦਾ ਜਾਂ ਹਿਮਾਚਲ ਸਾਡੇ ਨਾਲ ਲੱਗਦਾ, ਉੱਥੇ ਵੀ ਦੇ ਸਕਦੇ ਆ। ਪਰ ਉਹ ਜਿਹੜੀ 1300 ਏਕੜ ਲੈਂਡ ਚਾਹੀਦੀ ਹੈ, ਉਹ ਜ਼ਮੀਨ ਵਾਲਾ ਉਹ ਅਸੀਂ ਕਾਲਮ ਪੂਰਾ ਕਰ ਰਹੇ ਹਾਂ, ਉਹ ਅਸੀਂ ਪੂਰਾ ਕਰਦੇ ਹਾਂ। ਪਲੱਸ ਅਸੀਂ ਉਹ ਜਗ੍ਹਾ ਜਿਹੜੀ ਹੈਗੀ ਹੈ ਨਾ, ਉਹ ਇਹੋ ਜਿਹੀ ਜਗ੍ਹਾ ਤੇ ਸਿਚੁਏਟਡ ਹੈ ਜਿੱਥੇ ਪੂਰਾ ਰੇਲਵੇ ਦਾ ਨੈਟਵਰਕ ਪੂਰਾ ਬਣਿਆ ਹੋਇਆ, ਰੇਲਵੇ ਦੀ ਪਹੁੰਚ ਤੱਕ। ਪਲੱਸ 3 ਵੱਡੇ ਹਾਈਵੇ ਉੱਥੋਂ ਨਿਕਲਦੇ ਆ। ਇੱਕ ਤੁਸੀਂ ਦੇਖਿਆ ਗੰਗਾ ਨਗਰ ਨਿਕਲ ਜਾਂਦਾ, ਯਾਨੀ ਕਿ ਰਾਜਸਥਾਨ ਦਾ ਉਹ ਜੁੜ ਗਿਆ ਉਹਦੇ ਨਾਲ। ਹਾਂ, ਇੱਕ ਪਾਸੇ ਅੰਮ੍ਰਿਤਸਰ ਤੱਕ ਚਲਾ ਜਾਂਦਾ ਸਾਰਾ, ਅੰਮ੍ਰਿਤਸਰ ਜਲੰਧਰ ਵਾਲੀ ਪੂਰੀ ਰੂਟ ਹੈ ਉਹ। ਔਰ ਤੀਸਰੇ ਪਾਸੇ ਜਿਹੜਾ ਹੈਗਾ ਦਿੱਲੀ ਵਾਲਾ ਵੀ, ਚੰਡੀਗੜ੍ਹ ਵਾਲੀ, ਚੰਡੀਗੜ੍ਹ ਤੋਂ ਦਿੱਲੀ ਨੂੰ ਵੀ ਜੁੜਦਾ, ਪਟਿਆਲੇ ਆ ਗਿਆ। ਸੋ ਹਰਿਆਣਾ ਮਤਲਬ ਇਹਦੇ ਨਾਲ ਜੁੜ ਜਾਂਦਾ, ਯੂਟੀ ਚੰਡੀਗੜ੍ਹ ਜੁੜ ਜਾਂਦਾ। ਮਤਲਬ ਇਹ ਤਿੰਨੋਂ ਵੱਡੇ ਸੈਂਟਰ ਨੇ ਜਿੱਥੇ ਜੁੜ ਜਾਂਦਾ। ਔਰ ਇਹ ਤੁਸੀਂ ਕਹੋ ਨਾ ਜਿਹੜੀ ਲੌਜਿਸਟਿਕ ਇੱਕ ਦਿੱਕਤਾਂ ਹੁੰਦੀਆਂ ਨੇ, ਉਹ ਇਹ ਹੱਲ ਹੋ ਸਕਦੀਆਂ ਨੇ। ਚੌਥਾ ਤੁਹਾਡੇ ਕੋਲ ਰੇਲਵੇ ਵਾਲਾ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਰੇਲਵੇ ਦਾ ਹੈ, ਮਤਲਬ ਕੱਚਾ ਮਾਲ ਆਣਾ ਜਾਂ ਉੱਥੋਂ ਲੈ ਕੇ ਜਾਣਾ ਉਹ ਸਭ ਸੌਖਾ ਹੈ। ਅਗਰ ਇਹ ਚੀਜ਼ਾਂ ਹੋ ਜਾਂਦੀਆਂ ਨੇ ਤਾਂ ਮੈਨੂੰ ਲੱਗਦਾ ਵੀ ਫਿਰ ਜਿਹੜੀ ਇੱਕ ਡਿਵੈਲਪਮੈਂਟ ਦੀ ਉਹ ਹੈਗੀ ਹੈ। ਕਿਉਂਕਿ ਦੇਖੋ ਸਰਦਨ, ਤੁਹਾਨੂੰ ਲੱਗਦਾ ਕਿ ਫਿਰ ਇਹ ਜਗ੍ਹਾ ਦੀ ਵਰਤੋਂ ਸਹੀ ਹੋ ਸਕਦੀ? ਹਾਂ, ਮੈਨੂੰ ਇਹ ਲੱਗਦਾ ਕਿ ਫਿਰ ਇਹ ਸਹੀ ਜਗ੍ਹਾ ਯੂਜ਼ ਹੋ ਜਾਏਗੀ। ਅੱਜ ਦੀ ਤਰੀਕ 'ਚ ਦੇਖੋ ਸਾਡੇ ਕੋਲੇ ਅਸੀਂ ਕਹਿ ਰਹੇ ਵੀ ਸਿਰਫ 440 ਮੈਗਾਵਾਟ ਹੀ ਆਉਂਦੀ ਹੈ ਤੋਂ। ਹੁਣ 440 ਮੈਗਾਵਾਟ ਆਉਂਦੀ ਹੈ, ਸਾਨੂੰ 70 ਪੈਸੇ ਤਾਂ ਅਸੀਂ ਦੇ ਰਹੇ ਹਾਂ, ਮਤਲਬ 8-9 ਰੁਪਏ ਦੇ ਆਸ-ਪਾਸ ਸਾਰਿਆਂ ਨੂੰ ਦੇ ਰਹੇ ਹਾਂ। ਤਾਂ ਮੈਨੂੰ ਲੱਗਦਾ ਵੀ ਇਹ ਕੋਈ ਬਹੁਤਾ ਉਹ ਨਹੀਂ, ਕਿਉਂਕਿ ਇਸ ਤੋਂ ਜ਼ਿਆਦਾ ਤਾਂ ਸਾਡੇ ਤੇ ਖਰਚੇ ਪੈ ਰਹੇ। ਮੈਂ ਇੰਦਰਪ੍ਰੀਤ ਜੀ ਦੇ ਦੋ ਪਹਿਲੂਆਂ ਤੋਂ ਹੋਰ ਜਾਣਨਾ ਚਾਹੁੰਦਾ। ਇਹ ਤੋਂ ਪਹਿਲਾਂ ਕਿ ਆਪਾਂ ਬ੍ਰੇਕ ਤੇ ਜਾਈਏ, ਮੈਂ ਦੋਵੇਂ ਪਹਿਲੂ ਛੋਣਾ ਚਾਹੁੰਦਾ। ਇੱਕ ਤਾਂ ਇਹਦੇ ਪਰ ਹੋ ਰਹੀ ਰਾਜਨੀਤੀ, ਉਹਨੂੰ ਕਿਵੇਂ ਦੇਖਦੇ ਹੋ? ਚਾਹੇ ਆਮ ਆਦਮੀ ਪਾਰਟੀ ਕਰ ਰਹੀ ਹੈ, ਚਾਹੇ ਉੱਥੋਂ ਅਕਾਲੀ ਦਲ ਵੀ ਕੁਝ ਠੰਡੇ ਢੰਗ ਨਾਲ ਬੋਲਦੇ, ਕਿਉਂਕਿ ਬੰਦ ਤਾਂ ਉਹਨਾਂ ਦੇ ਟਾਈਮ ਵੀ ਪਿਆ ਸੀ ਨਾ, ਇਸ ਲਈ ਉਹ ਖੁੱਲ੍ਹ ਕੇ ਨਹੀਂ ਬੋਲ ਪਾ ਰਹੇ। ਪਰ ਫਿਰ ਵੀ ਆਮ ਆਦਮੀ ਪਾਰਟੀ ਮਨਪ੍ਰੀਤ ਦਾ ਘਰ ਘਿਰਨਾ ਰਾਜਨੀਤੀ। ਦੂਸਰਾ, ਕਿਸਾਨਾਂ ਤੋਂ ਜਿਹੜੇ ਭਾਅ ਤੇ ਲਈ ਸੀ, ਹੁਣ ਸਰਕਾਰ ਉਹਦਾ ਪ੍ਰੋਫਿਟ ਪਾਵਰਕੌਮ ਨੂੰ ਦਵੇ ਜਾਂ ਆਪ ਕਮਾਵੇ, ਕਿ ਜਿਹੜੇ ਕਿਸਾਨਾਂ ਤੋਂ ਜ਼ਮੀਨ ਲਈ ਸੀ ਉਹਨਾਂ ਨੂੰ ਕੋਈ ਵੱਧ ਮੁਆਵਜ਼ਾ ਮਿਲਣ ਦੀ ਆਸ ਹੈ? ਜੇ ਇਹ ਨਹੀਂ ਹੋ ਸਕਦਾ, ਲੋਕਾਂ ਦੀ ਮੰਗ ਚੱਲ ਰਹੀ ਹੈ ਕਿ ਕਿਸਾਨਾਂ ਨੂੰ ਜ਼ਮੀਨ ਵਾਪਸ ਕਰੋ, ਉਹਨਾਂ ਤੋਂ ਨਵੇਂ ਭਾਅ ਤੇ ਖਰੀਦੋ। ਤੇ ਇਹ ਇਹਨਾਂ ਦੋਵਾਂ ਮਸਲੇ ਦੇਖੋ ਇਸ ਤਰ੍ਹਾਂ ਮਤਲਬ ਹੁੰਦਾ ਨਹੀਂ ਹੈ ਆਮ ਤੌਰ ਤੇ ਵੀ। ਉਹ ਇਸ ਤਰ੍ਹਾਂ ਹੁੰਦਾ ਹੈ ਵੀ ਜਿਹੜਾ ਲਾਅ ਇਹ ਹੈ ਕਿ ਵੀ ਜਦੋਂ ਤੁਸੀਂ ਇੱਕ ਜਗ੍ਹਾ ਐਕਵਾਇਰ ਕਰ ਲਈ, ਉਸ ਤੇ ਤੁਸੀਂ ਉਹ ਪ੍ਰੋਜੈਕਟ ਲਗਾਓ, ਠੀਕ ਹੈ ਨਾ। ਹੁਣ ਇੱਕ ਪ੍ਰੋਜੈਕਟਾਂ ਦੀ ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਇੱਕ ਆਪਣੀ ਸੀਮਾ ਹੈ। ਅੱਜ ਤੁਸੀਂ ਤੁਹਾਡੇ ਤੋਂ ਇਸ ਪ੍ਰੋਜੈਕਟ ਲਈ ਜ਼ਮੀਨ ਖਰੀਦ ਲਈ ਔਰ ਤੁਹਾਨੂੰ ਉਹਦਾ ਮੁਆਵਜ਼ਾ ਜਿਹੜਾ ਹੈਗਾ ਉਸ ਟਾਈਮ ਦਾ ਮੁੱਲ ਦੇਤਾ, ਉਸ ਟਾਈਮ ਤੇ ਦੇਤਾ। ਹੁਣ ਇਹ ਜ਼ਮੀਨ ਤੁਹਾਡੀ ਤਾਂ ਰਹੀ ਨਹੀਂ, ਹੁਣ ਇਹ ਜ਼ਮੀਨ ਸਰਕਾਰ ਦੀ। ਪਰ ਲਈ ਤਾਂ ਇਸ ਪ੍ਰੋਜੈਕਟ ਲਈ ਹੈ ਨਾ। ਹੁਣ ਜੇ ਥਰਮਲ ਪਲਾਂਟ ਬੰਦ ਹੋ ਗਿਆ, ਮੈਂ ਉੱਥੇ SYL ਬੰਦ ਹੋਈ ਤਾਂ ਕਿਸਾਨਾਂ ਨੂੰ ਜ਼ਮੀਨ ਮੋੜੀ ਨਾ। ਮੈਂ ਉੱਥੇ ਆ ਰਿਹਾ, ਜਿੱਥੇ ਮਤਲਬ ਇਹ ਹੈ ਕਿ ਜਦੋਂ ਇਹ ਪ੍ਰੋਜੈਕਟ ਲੱਗਿਆ ਔਰ ਇਹ ਪੂਰਾ ਚੱਲਿਆ ਔਰ ਪੂਰੀ ਉਮਰ ਕਰਕੇ ਖਤਮ ਹੋ ਗਿਆ, ਠੀਕ ਹੈ। ਹੁਣ ਤਾਂ ਉਹ ਸਰਕਾਰ ਦੀ ਮਲਕੀਅਤ ਹੈ ਨਾ, ਹੁਣ ਉਹ ਕਿਸਾਨਾਂ ਦੀ ਮਲਕੀਅਤ ਨਹੀਂ ਹੈਗੀ। SYL ਵਾਲਾ ਇਸ ਤੋਂ ਅਲੱਗ ਹੈ। SYL ਵਾਲਾ ਪ੍ਰੋਜੈਕਟ ਤਾਂ ਕਦੀ ਚੱਲਿਆ ਹੀ ਨਹੀਂ। ਉਹ ਇਸ ਕਰਕੇ ਤੁਸੀਂ ਵਾਪਸ ਉਹਨਾਂ ਨੂੰ ਦੇਤਾ, ਮਤਲਬ ਉਹ ਕਾਗਜ਼ਾਂ 'ਚ ਹੀ ਦੇਤਾ ਨਾ, ਹਜੇ ਤਾਂ ਉਹਨਾਂ ਕੋਲੇ ਵੀ ਨਹੀਂ ਗਈ ਇਹ ਜ਼ਮੀਨ। ਚਲੋ ਉਹ ਤਾਂ ਉਹਨਾਂ ਨੇ ਲਈ ਵੀ ਨਹੀਂ, ਕਿਉਂਕਿ ਉਹਨੂੰ ਲੈਣਾ ਹੀ ਬਹੁਤ ਮਹਿੰਗਾ ਹੈ। ਮਤਲਬ ਉਹਨੂੰ ਭਰਨਾ ਕਿਹੜਾ ਸੌਖਾ ਹੈ ਨਾ, ਨਹਿਰ ਕਿਹਨੇ ਭਰਨੀ ਆ। ਇਸ ਕਰਕੇ ਇੱਕ ਤਾਂ ਇਹ ਜਿਹੜੀ ਗੱਲ ਹੈ ਇਸ ਤੋਂ ਥੋੜੀ ਜਿਹੀ ਅਲੱਗ ਹੈ। ਇਸ ਤਰ੍ਹਾਂ ਤਾਂ ਮਤਲਬ ਤੁਸੀਂ ਦੇਖੋ ਨਾ, ਬਹੁਤ ਸਾਰੀਆਂ ਜ਼ਮੀਨਾਂ 100 ਸਾਲ ਪਹਿਲਾਂ ਲਿੱਤੀਆਂ ਹੋਈਆਂ ਨੇ, ਤਾਂ ਹੋ ਸਕਦਾ ਕਿ ਹੁਣ ਪ੍ਰੋਜੈਕਟ ਚੱਲ ਹੀ ਨਾ ਰਹੇ ਹੋਣ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਹੁਣ ਤੁਸੀਂ 100 ਸਾਲ ਪਹਿਲਾਂ ਜੇ ਕਿਸਾਨਾਂ ਤੋਂ ਜ਼ਮੀਨ ਲਿੱਤੀ ਹੈ ਤਾਂ ਵਾਪਸ ਕਰੋਗੇ। ਬਹੁਤ ਕੰਪਲੀਕੇਟਡ ਹੈ ਇਹ, ਮੈਨੂੰ ਲੱਗਦਾ ਕਿ ਪ੍ਰੈਕਟੀਕਲ ਸੰਭਵ ਨਹੀਂ ਹੈ। ਠੀਕ ਹੈ, ਜਿਹੜੀ ਰਾਜਨੀਤੀ ਹੈ, ਰਾਜਨੀਤੀ ਇਸ ਤੇ ਜ਼ਰੂਰ ਹੋ ਰਹੀ ਹੈ ਔਰ ਪੋਲਿਟਿਕਸ ਇਸ ਤੇ ਚੱਲਦੀਆਂ ਨੇ ਇਹਨਾਂ ਚੀਜ਼ਾਂ ਦੇ ਉੱਤੇ। ਪਰ ਜੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜੇ ਤਾਂ ਗਵਰਨਮੈਂਟ ਆਪਣਾ ਜਿਹੜਾ ਉਹਨਾਂ ਨੇ ਉਹ ਦਿਖਾਇਆ ਹੈ ਕਿ ਅਸੀਂ ਆਹ ਚੀਜ਼ਾਂ ਕਰਨਾ ਚਾਹੁੰਦੇ ਹਾਂ, ਜੇ ਤਾਂ ਉਹ ਕਰਦੇ ਆ ਮਤਲਬ ਉਹਨੂੰ ਪੂਰਾ, ਖਾਸ ਕਰ ਇਸ ਦੌਰ 'ਚ ਦਿਖਾ ਦਿੰਦੇ ਆ ਕੁਝ ਕਰਕੇ। ਬਿਲਕੁਲ, ਇਹਨਾਂ 1.5-2 ਸਾਲਾਂ ਦੇ ਵਿੱਚ ਹੀ ਤਾਂ ਘੱਟੋ ਘੱਟ ਬਠਿੰਡਾ ਖੇਤਰ 'ਚ ਤਾਂ ਕਾਂਗਰਸ ਨੂੰ ਫਾਇਦਾ ਹੋ ਸਕਦਾ। ਹਾਂ, ਮੈਨੂੰ ਲੱਗਦਾ ਕਿ ਫਾਇਦਾ ਹੋਊਗਾ ਜੇ ਉਹਨਾਂ ਨੇ ਕਰ ਲਿਆ। ਜੇ ਨਾ ਕੀਤਾ ਤਾਂ ਜੇ ਨਾ ਕੀਤਾ ਤਾਂ ਦੇਖੋ ਇੱਕ ਇਸ਼ੂਜ਼, ਇਹ ਭਾਵਨਾਤਮਕ ਇਸ਼ੂਜ਼ ਨੇ ਵੀ ਉਹ ਬਣ ਗਏ ਆ। ਮਤਲਬ ਤੁਸੀਂ ਉਹਨੂੰ ਕਹੋ ਕਿ ਵੈਸੇ ਉੱਥੇ ਜਿਹੜਾ ਥਰਮਲ ਪਲਾਂਟ ਲੱਗਿਆ ਸੀ ਉਹਦਾ ਬਠਿੰਡੇ ਨੂੰ ਕੀ ਲਾਭ ਸੀ? ਬਠਿੰਡੇ ਨੂੰ ਤਾਂ ਜਿਹੜੀ ਬਿਜਲੀ ਹੈ ਉਹਨੇ ਹੀ ਰੇਟ ਤੇ ਮਿਲ ਰਹੀ ਹੈ ਜਿਹੜੀ ਤੁਸੀਂ ਚੰਡੀਗੜ੍ਹ ਮੋਹਾਲੀ ਬੈਠੇ ਨੂੰ ਮਿਲ ਰਹੀ ਹੈ। ਪਰ ਜਿਹੜੀ ਸਵਾਹ ਹੈ ਉਹ ਤਾਂ ਬਠਿੰਡੇ ਦੇ ਸਿਰ ਤੇ ਪੈ ਰਹੀ ਹੈ ਲੋਕਾਂ ਦੇ। ਜਿਹੜਾ ਪੋਲੂਸ਼ਨ ਹੈ ਉਹ ਬਠਿੰਡੇ ਦੇ ਸਿਰ ਤੇ ਪੈ ਰਿਹਾ।
ਬੜੀਆਂ ਰਿਪੋਰਟਾਂ ਇਸ ਤੇ ਵੀ ਆਈਆਂ ਨੇ ਵੀ ਕੈਂਸਰ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ। ਹਾਂ, ਹੁਣ ਇਸ ਤੋਂ ਨਿਜਾਤ ਮਿਲ ਰਹੀ ਹੈ। ਹੁਣ ਦੂਏ ਪਾਸੇ ਨੂੰ ਸ਼ੁਰੂ ਹੋ ਗਏ। ਹੁਣ ਦੂਜੇ ਪਾਸੇ ਸ਼ੁਰੂ ਹੋ ਗਏ ਤਾਂ ਮੈਨੂੰ ਲੱਗਦਾ ਵੀ ਲੋਕਾਂ ਨੇ ਜਾਂ ਪੋਲੀਟੀਕਲ ਪਾਰਟੀਆਂ ਨੇ ਤਾਂ ਬੋਲਦੇ ਰਹਿਣਾ। ਚਾਹੀਦਾ ਇਹ ਕਿ ਜੇ ਤੁਸੀਂ ਹੁਣ ਉਸ ਤੇ ਸਟੈਂਡ ਲੈ ਲਿਆ ਕਮਿਟਮੈਂਟ ਨਾਲ ਉਹਨੂੰ ਪੂਰਾ ਕਰੋ। ਬਿਲਕੁਲ, ਮਤਲਬ ਇਹ ਨਾ ਹੋਵੇ ਵੀ ਉਸ ਤੇ ਤੁਸੀਂ ਕਮਿਟਮੈਂਟ ਦਿਖਾਈ ਹੈ ਲੇਕਿਨ ਕਮਿਟਮੈਂਟ ਤੋਂ ਤੁਸੀਂ ਪਿੱਛੇ ਹਟ ਜਾਓ। ਆਮ ਤੌਰ ਤੇ ਮੈਂ ਕਹਿ ਰਿਹਾ ਵੀ ਹੁੰਦਾ ਇਹੀ ਹੈ, ਤੁਸੀਂ ਕਮਿਟਮੈਂਟ ਸ਼ੋ ਕਰ ਦਿੰਦੇ ਹੋ ਪਰ ਪੂਰੀਆਂ ਨਹੀਂ ਕਰਦੇ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਸ ਮਸਲੇ ਨੂੰ ਲੈ ਕੇ ਕਾਂਗਰਸ ਸਰਕਾਰ ਘਿਰ ਸਕਦੀ ਹੈ? ਜਿੱਥੇ ਇਹਦੇ ਪਰ ਸਵਾਲ ਬਣੇ ਹੋਏ ਨੇ ਉੱਥੇ ਸਬਸਿਡੀਆਂ ਵਾਲੇ ਮਸਲੇ ਦੇ ਉੱਤੇ ਵੀ ਕਾਂਗਰਸ ਨੂੰ ਘੇਰਨ ਦੀ ਤਿਆਰੀ ਚੱਲ ਰਹੀ ਸੀ। ਖਾਸ ਕਰਕੇ ਜਦੋਂ ਚਰਚਾ ਆਉਂਦੀ ਹੈ ਕਿ ਬਿਜਲੀਆਂ ਦੇ ਮੋਟਰਾਂ ਦੇ ਉੱਤੇ ਬਿਜਲੀਆਂ ਦੇ ਬਿੱਲ ਲੱਗਣੇ ਨੇ ਤੇ ਮੀਟਰ ਲਾਉਣ ਦੀ ਤਿਆਰੀ ਹੈ, ਤਾਂ ਇਸ ਦੇ ਦਰਮਿਆਨ ਮਨਪ੍ਰੀਤ ਬਾਦਲ ਪੰਜਾਬ ਦੇ ਵਿੱਤ ਮੰਤਰੀ ਸਾਹਮਣੇ ਲੈ ਕੇ ਆਉਂਦੇ ਨੇ ਨਵੀਂ ਤਜਵੀਜ਼, ਸੋਲਰ ਸਿਸਟਮ ਨਾਲ ਮੋਟਰਾਂ ਚੱਲਣਗੀਆਂ। ਸੋ ਇਸ ਮਸਲੇ ਤੇ ਵੀ ਜਾਣਨਾ ਚਾਹਾਂਗੇ ਇੰਦਰਪ੍ਰੀਤ ਹੋਰਾਂ ਤੋਂ, ਪਰ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਾਂਗੇ। ਹੁਣੇ ਪਰਤੇ ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ 'ਚ ਇੱਕ ਵਾਰ ਫਿਰ ਸਵਾਗਤ ਹੈ ਜੀ। ਇੰਦਰਪ੍ਰੀਤ ਹੋਰੀ ਗੱਲ ਕਰ ਰਹੇ ਸੀ ਕਿ ਬਠਿੰਡਾ ਥਰਮਲ ਪਲਾਂਟ ਨੂੰ ਲੈ ਕੇ ਜੋ ਤਸਵੀਰ ਪੰਜਾਬ ਸਰਕਾਰ ਨੇ ਬਣਾਈ ਹੈ, ਜੇਕਰ ਉਸ ਤੇ ਕੰਮ ਕਰ ਜਾਂਦੀ ਹੈ ਤਾਂ ਸਹੀ ਹੈ। ਪੰਜਾਬ ਸਰਕਾਰ ਨੇ ਤਾਂ ਹੁਣ ਇਹ ਵੀ ਤਜਵੀਜ਼ ਬਣਾਈ ਹੈ ਕਿ ਮੋਟਰਾਂ ਹੁਣ ਸੋਲਰ ਨਾਲ ਚੱਲਣਗੀਆਂ। ਕੀ ਇਹ ਸੰਭਵ ਹੈ? ਇੰਦਰਪ੍ਰੀਤ ਜੀ, ਤੁਸੀਂ ਜਿਸ ਹਵਾਲੇ ਨਾਲ ਗੱਲ ਕਰ ਰਹੇ ਹੋ ਕਿ ਜੇ ਸਰਕਾਰ ਆਪਣੇ ਵਾਅਦੇ ਤੇ ਖਰਾ ਉਤਰਦੀ ਹੈ ਫਿਰ ਤਾਂ ਠੀਕ ਹੈ। ਇਸ ਮਸਲੇ ਤੇ ਵੀ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਛੱਡਿਆ ਸੀ ਕਿ ਸਬਸਿਡੀਆਂ ਨਹੀਂ ਬਣਦੀਆਂ, ਤੁਸੀਂ ਕਿਸਾਨਾਂ ਨਾਲ ਵੀ ਧੋਖਾ ਕਰ ਰਹੇ ਹੋ, ਸਰਕਾਰ ਨਾਲ ਵੀ ਧੋਖਾ ਕਰ ਰਹੇ ਹੋ। ਤੇ ਹੁਣ ਇੱਥੇ ਆ ਕੇ ਉਹੀ ਬਿਜਲੀ ਚੱਲਦੀ ਰਹੀ, ਉਹੀ ਸਬਸਿਡੀਆਂ ਮਿਲਦੀਆਂ ਰਹੀਆਂ। ਹੁਣ ਉਹ ਜਦੋਂ ਬੰਦ ਕਰਨ ਦੀ ਚਰਚਾ ਹੁੰਦੀ ਆ ਤਾਂ ਅਕਾਲੀ ਦਲ ਘੇਰਦਾ, ਤੇ ਦੂਏ ਪਾਸੇ ਕੇਂਦਰ ਦੇ ਆਰਡੀਨੈਂਸ ਤੇ ਪੰਜਾਬ ਕਾਂਗਰਸ ਘੇਰਦੀ ਆ, ਅਕਾਲੀ ਦਲ ਚੁੱਪ ਰਹਿੰਦਾ। ਪਰ ਹੁਣ ਮਨਪ੍ਰੀਤ ਬਾਦਲ ਇੱਕ ਗਵਲਾ ਫਾਰਮੂਲਾ ਲੈ ਕੇ ਆਏ ਨੇ ਕਿ ਭਾਈ ਨਾ ਤਾਂ ਤੁਹਾਡੀ ਮੁਫਤ ਵਾਲਾ ਕੰਮ ਬੰਦ ਹੋਊਗਾ, ਨਾ ਸਾਡਾ ਸਬਸਿਡੀ ਦਾ ਖਰਚਾ ਹੋਊਗਾ, ਕਿ ਆਪਾਂ ਸੋਲਰ ਤੇ ਚਲਾ ਲਾਂਗੇ ਮੋਟਰਾਂ। ਕਿੰਨਾ ਕੁ ਸੰਭਵ ਹੈ? ਦੇਖੋ, ਇਹ ਜਿਹੜਾ ਕੋਈ ਨਵਾਂ ਉਹ ਇਸ਼ੂ ਨਹੀਂ ਹੈ। ਤੁਹਾਨੂੰ ਯਾਦ ਹੋਊਗਾ ਜਦੋਂ ਸੁਖਬੀਰ ਬਾਦਲ ਹੁਣੀ ਮਤਲਬ ਸੀਗੇ ਡਿਪਟੀ ਸੀਐਮ, ਇਹ ਉਹਨਾਂ ਨੇ ਵੀ ਇੱਕ ਵਾਰ ਗ੍ਰਹਿ ਵਿਭਾਗ ਉਹਨਾਂ ਕੋਲ ਸੀ, ਉਹਨਾਂ ਦਾ ਉਦੋਂ 5000 ਕਰੋੜ ਦੀ ਬਿਜਲੀ ਸੀ, ਤਾਂ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਸੀਗਾ ਕਿ ਅਸੀਂ ਹਰ ਸਾਲ 5000 ਕਰੋੜ ਰੁਪਏ ਦੀ ਫ੍ਰੀ ਬਿਜਲੀ ਦਿੰਨੇ ਆ। ਜੇ ਅਸੀਂ 5000 ਕਰੋੜ ਰੁਪਏ ਸੋਲਰ ਸਿਸਟਮ ਤੇ ਲਗਾ ਦਈਏ ਤਾਂ ਮੈਨੂੰ ਲੱਗਦਾ ਕਿ ਕਿਸਾਨਾਂ ਨੂੰ ਤਾਂ ਵੈਸੇ ਹੀ ਬਿਜਲੀ ਫ੍ਰੀ ਮਿਲੀ ਜਾਣੀ ਹੈ। ਪਰ ਜਿਹੜਾ ਫਾਰਮੂਲਾ ਮਨਪ੍ਰੀਤ ਬਾਦਲ ਹੋਰਾਂ ਨੇ ਦਿੱਤਾ, ਉਹ ਇਹ ਫਾਰਮੂਲਾ ਰਾਣਾ ਗੁਰਜੀਤ ਹੋਰਾਂ ਨੇ ਵੀ ਦਿੱਤਾ ਸੀਗਾ ਜਦੋਂ ਉਹ ਬਿਜਲੀ ਮੰਤਰੀ ਸੀਗੇ ਤੇ ਇਰੀਗੇਸ਼ਨ ਮਿਨਿਸਟਰ ਸੀਗੇ। ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਇਹ ਪੇਸ਼ ਕੀਤਾ ਸੀਗਾ ਔਰ ਉਹਨਾਂ ਨੇ ਇਸ ਤੇ ਕੰਮ ਵੀ ਸ਼ੁਰੂ ਕੀਤਾ। ਇਹ ਫਾਰਮੂਲਾ ਇੰਨੀ ਦੇਰ ਤੋਂ ਚੱਲਦਾ ਆ ਰਿਹਾ ਤਾਂ ਇੰਪਲੀਮੈਂਟ ਹੁੰਦਾ ਕੀ ਹੈ ਕਿ ਜਿਹੜਾ ਬੰਦਾ ਐਕਚੁਅਲੀ ਫਾਰਮੂਲਾ ਆਈਡੀਆ ਲੈ ਕੇ ਆਂਦਾ, ਇੰਪਲੀਮੈਂਟ ਵੀ ਉਹੀ ਕਰ ਸਕਦਾ ਹੈ। ਜੇ ਤੁਸੀਂ ਬਦਲ ਦੋ ਤਾਂ ਮੈਨੂੰ ਲੱਗਦਾ ਕਿ ਫਿਰ ਉਹ ਬ੍ਰੇਕ ਆ ਜਾਂਦੀ ਹੈ। ਤਾਂ ਸੋ ਹੋਇਆ ਵੀ ਇੱਥੇ ਹੀ ਹੈ ਕਿ ਜਦੋਂ ਰਾਣਾ ਗੁਰਜੀਤ ਹੋਰਾਂ ਨੇ ਫਾਰਮੂਲਾ ਦਿੱਤਾ ਸੀਗਾ, ਉਹਨਾਂ ਤੋਂ ਬਿਜਲੀ ਮਹਿਕਮਾ ਉਹਨਾਂ ਨੂੰ ਮੰਤਰੀ ਪਦ ਤੇ ਹੁਣ ਮਤਲਬ ਜਿਹੜਾ ਇਹ ਇਸ਼ੂ ਉਹ ਖਤਮ ਹੀ ਹੋ ਗਿਆ। ਮਤਲਬ ਉਸ ਆਈਡੀਆ ਨੂੰ ਅੱਗੇ ਵਧਾਇਆ ਹੀ ਨਹੀਂ ਜਾ ਸਕਿਆ। ਕੱਲ ਫਿਰ ਇਸ ਦੇ ਉੱਤੇ ਗੱਲ ਹੋਈ, ਇਹ ਚਰਚਾ ਤਾਂ ਚੱਲਦੀ ਰਹਿੰਦੀ ਹੈ। ਆਖਿਰ ਦੇਖੋ, ਜਿਵੇਂ ਮੈਂ ਤੁਹਾਨੂੰ ਕਿਹਾ ਵੀ 5000 ਕਰੋੜ ਰੁਪਏ ਦੀ ਬਿਜਲੀ ਦਿੰਦੇ ਸੀ ਜਦੋਂ ਸੁਖਬੀਰ ਬਾਦਲ ਹੋਣਾ ਨੇ ਕਿਹਾ, ਇਹ ਮੇਰੇ ਖਿਆਲ 4 ਜਾਂ 5 ਸਾਲ ਪਹਿਲਾਂ ਦੀ ਗੱਲ ਹੈ। ਹੁਣ ਵੱਧ ਕੇ ਕਿੱਥੇ ਆ ਗਈ? ਹੁਣ ਅਸੀਂ 8000 ਕਰੋੜ ਤੇ ਪਹੁੰਚ ਗਏ ਹਾਂ, ਯਾਨੀ 3000 ਕਰੋੜ ਰੁਪਏ ਦੀ ਬਿਜਲੀ ਦਾ ਖਰਚਾ ਸਿੱਧਾ ਵੱਧ ਗਈ ਹੈ। ਔਰ ਇਹ ਹਰ ਸਾਲ ਵਧੀ ਜਾਣੀ ਹੈ, ਇਹ ਘਟਣੀ ਤਾਂ ਹੈ ਨਹੀਂ। ਤਾਂ ਫਿਰ ਕੋਈ ਫਾਰਮੂਲਾ ਤਾਂ ਸਾਨੂੰ ਇਦਾਂ ਦਾ ਅਡਾਪਟ ਕਰਨਾ ਹੀ ਪਊਗਾ ਨਾ ਕਿ ਅਸੀਂ ਮਤਲਬ ਦੂਜੇ ਪਾਸੇ ਨੂੰ ਚੱਲੀਏ ਜਿੱਥੇ ਸਾਡਾ ਬਿਜਲੀ ਵੀ ਫ੍ਰੀ ਚੱਲਦੀ ਰਹੇ। ਬਿਲਕੁਲ ਔਰ ਸਾਡੇ ਸਬਸਿਡੀ ਬੋਝ ਵੀ ਅੱਜ ਨਹੀਂ ਤਾਂ 10 ਸਾਲਾਂ ਬਾਅਦ ਤਾਂ ਘਟੇ, ਕਦੇ ਤਾਂ ਘਟੇ। ਲੇਕਿਨ ਅੱਜ ਦੀ ਤਰੀਕ ਤਾਂ ਅਸੀਂ ਇੱਥੇ ਬੈਠੇ ਕਿ ਅਸੀਂ ਜੇ ਅੱਜ ਅਸੀਂ 6000 ਜਾਂ 8000 ਕਰੋੜ ਦੀ ਬਿਜਲੀ ਫ੍ਰੀ ਦੇ ਰਹੇ ਹਾਂ ਤਾਂ ਇਹ ਵਧਣੀ ਹੈ। 8 ਦੀ 10 ਹੋ ਸਕਦੀ ਹੈ, 4 ਨਹੀਂ ਹੋ ਸਕਦੀ। ਠੀਕ ਹੈ। ਮੈਂ ਇਹ ਸੋਚਦਾ ਕਿ ਜੇ ਇਸ ਫਾਰਮੂਲਾ ਜਿਹੜਾ ਮਨਪ੍ਰੀਤ ਬਾਦਲ ਹੋਣਾ ਨੇ ਦਿੱਤਾ ਹੈ ਉਹ ਇੱਕ ਅੱਛਾ ਫਾਰਮੂਲਾ ਹੈ। ਉਸ 'ਚ ਦਿੱਕਤ ਕੀ ਹੈ? ਦਿੱਕਤ ਹੈ ਸਿਰਫ ਇੱਕ ਵਾਰ ਦੀ ਕੈਪੀਟਲ ਇਨਵੈਸਟਮੈਂਟ, ਇੱਕ ਵਾਰ ਇਕੱਠੀ ਇਨਵੈਸਟਮੈਂਟ। ਪਰ ਮੈਂ ਉਸ ਤੋਂ ਵੀ ਅੱਗੇ ਜਾ ਕੇ ਸੋਚਦਾ ਵੀ ਇੱਕ ਵਾਰੀ 'ਚ ਇਕੱਠਾ ਲਗਾਉਣਾ ਹੀ ਕਿਉਂ ਹੈ? ਉਹਨਾਂ ਨੇ ਕਿਹਾ ਵੀ 80000 ਕਰੋੜ ਰੁਪਏ ਚਾਹੀਦਾ ਸਾਨੂੰ। ਅੱਛਾ, ਵੀ ਅਸੀਂ ਸਾਰਾ ਇੰਟਾਇਰ ਪੰਜਾਬ ਕਰ ਪੂਰਾ ਪੰਜਾਬ।
ਪੂਰੇ ਪੰਜਾਬ ਦੇ ਉਹਦੇ ਨਾਲ ਜਿਹੜੀ 6000 ਕਰੋੜ ਰੁਪਏ ਦੀ ਬਿਜਲੀ ਬਚੂਗੀ ਉਹ ਅਸੀਂ ਮਤਲਬ ਜਿਹੜਾ ਹੈਗਾ ਉਹ ਸਿੱਧਾ ਬੈਂਕ ਦੀ ਕਿਸ਼ਤ ਬਣਾ ਸਕਦੇ ਹਾਂ। ਉਹ ਤੁਸੀਂ 3000 ਕਰੋੜ ਦੀ ਵੀ ਬਣਾ ਸਕਦੇ ਹੋ, 2000 ਕਰੋੜ ਦੀ ਵੀ ਬਣਾ ਸਕਦੇ ਹੋ, ਤਾਂ ਕਿ ਅੱਜ ਜੇ ਤੁਸੀਂ 6 ਦੇ ਰਹੇ ਹੋ ਤਾਂ 2 ਰਹਿ ਗਿਆ ਤਾਂ ਵੀ ਤੁਹਾਡਾ 4 ਬਚ ਗਿਆ। 4 ਬਚ ਰਿਹਾ। ਪਰ ਮੈਂ ਉਸ ਤੋਂ ਵੀ ਅਲੱਗ ਤੌਰ ਤੇ ਦੇਖਦਾ, ਮੈਂ ਉਹਨੂੰ ਇਸ ਤਰ੍ਹਾਂ ਦੇਖਦਾ ਕਿ ਜੇ ਤੁਸੀਂ ਸਟੈਪ ਵਾਈਜ਼ ਕਰੋ, ਨਾ ਕਰੋ ਤੁਸੀਂ 80000 ਕਰੋੜ। 80000 ਕਰੋੜ ਦਾ ਦੇਖੋ ਇਹ ਇੱਕ ਇਹ ਜਿਹਾ ਮਤਲਬ ਪ੍ਰਯੋਗ ਹੈ ਜਿਹੜਾ ਫੇਲ ਵੀ ਹੋ ਸਕਦਾ। ਤਾਂ 80000 ਇਕੱਠਾ ਲਾ ਕੇ ਡਬੋਣ ਨਾਲੋਂ ਤਾਂ ਚੰਗਾ ਨਾ ਕਿ 1000 ਕਰੋੜ ਲਗਾ ਕੇ ਦੇਖ ਲਓ, ਚੈੱਕ ਕਰ ਲਓ। तो मेरा अपना एक मतलब वो ये है कि 1000 करोड़ रुपया लगा के एक ब्लॉक में करो, पूरा ब्लॉक पूरा कर लो, पूरा ब्लॉक करो, कोई ਉਹਦੇ ਚ ਛੋੜੋ ਨਾ। ਇੱਕ ਬਲੌਕ ਦੀ ਸਬਸਿਡੀ ਕੱਢ ਲਓ ਕਿ ਇਸ ਬਲੌਕ ਦੇ ਉੱਤੇ ਇੰਨੀ ਸਬਸਿਡੀ ਅਸੀਂ ਦੇ ਰਹੇ ਹਾਂ, ਠੀਕ ਹੈ। ਉਹਨੇ ਉਧਰ ਬਿਜਲੀ ਬੋਰਡ ਨੂੰ ਮਾਈਨਸ ਕਰਦੇ ਚਲੋ। ਇਹ ਜਿਹੜਾ 1000 ਕਰੋੜ ਰੁਪਇਆ ਤੁਸੀਂ ਮਤਲਬ ਐਡੀਸ਼ਨਲ ਲੋਨ ਲਿੱਤਾ ਹੈ, ਇਹਦੇ ਲਈ ਇੱਕ ਸਪੈਸ਼ਲ ਫੰਡ ਬਣਾਓ, ਠੀਕ ਹੈ, ਕਿ ਹਾਂ ਇਸ ਫੰਡ 'ਚ ਹੀ ਦੇਣਾ, ਇਹ ਲੋਨ ਲਿੱਤਾ ਤੇ ਇਸ ਫੰਡ 'ਚ ਹੀ ਅਸੀਂ ਪੇ ਕਰਾਂਗੇ। ਜਦੋਂ ਇੱਕ ਬਲੌਕ ਤੁਹਾਡਾ ਪੂਰਾ ਹੋ ਗਿਆ, ਉਹਦੇ 'ਚ ਕੀ ਹੋਊਗਾ, ਹੁਣ ਤੁਹਾਡੇ ਕੋਲੇ ਮਤਲਬ ਆਪਾਂ ਇਹਨੂੰ 1000 ਮੰਨ ਕੇ ਚੱਲਦੇ ਹਾਂ ਵੀ ਇੱਕ ਬਲੌਕ ਦੇ ਵਿੱਚ 1000 ਮੋਟਰਾਂ ਸੀ, ਅਸੀਂ ਸਾਰੀਆਂ ਸੋਲਰ ਤੇ ਕਰਤੀਆਂ, ਠੀਕ ਹੈ। ਉਹ ਸਾਨੂੰ 2 ਸੀਜ਼ਨਾਂ ਜਦੋਂ ਪਤਾ ਲੱਗ ਜੂ। ਜਿਹੜੀ 1000 ਕਰੋੜ ਦੀ ਸਾਡੀ ਸਬਸਿਡੀ ਜਾਰੀ ਸੀ, ਉਹ ਸਾਡੀ ਸਬਸਿਡੀ ਬੰਦ ਹੋ ਗਈ। ਸਬਸਿਡੀ 100 ਕਰੋੜ ਦੀ ਲਾ ਲਓ, 100 ਕਰੋੜ ਦੀ ਸਬਸਿਡੀ ਸਾਡੀ ਰੁਕ ਗਈ। ਉਹਨੂੰ ਤੁਸੀਂ ਹੁਣ ਪੇ ਕਰਨਾ ਸ਼ੁਰੂ ਕਰਤਾ ਜਿਹੜਾ ਤੁਸੀਂ ਲੋਨ ਲਿੱਤਾ ਹੈ, ਠੀਕ ਹੈ। ਪਲੱਸ ਹੋਊਗਾ ਕਿ ਕਿਸਾਨਾਂ ਨੂੰ ਜਿਹੜੀ ਇਹ ਬਿਜਲੀ ਹੈ ਉਹ 100 ਦਿਨ ਚਾਹੀਦੀ ਹੈ, ਜਿਹੜੀ ਇਸ ਚ ਬਣਨੀ। ਹਾਂ, 365 ਦਿਨ 100 ਦਿਨ 265 ਦਿਨ ਤਾਂ ਖਾਲੀ ਨੇ, ਬਿਲਕੁਲ। 265 ਦਿਨ ਚ ਇਹੀ ਬਿਜਲੀ ਤੁਸੀਂ ਪਾਵਰਕਾਮ ਨੂੰ ਵੇਚ ਦਿਓ, ਪਾਵਰ ਗ੍ਰਿਡ ਚ, ਕਿਉਂਕਿ ਉਹਨੇ ਪੈਦਾ ਤਾਂ ਕਰਨੀ ਹੈ। ਹਾਂ, ਉਹਨੇ ਤਾਂ ਪੈਦਾ ਕਰਨੀ ਹੈ, ਜਾਂ ਉਹਨਾਂ ਪਿੰਡਾਂ ਨਾਲ ਵੀ ਗ੍ਰਿਡਾਂ ਨਾਲ ਜੋੜਿਆ ਜਾ ਸਕਦਾ। ਬਿਲਕੁਲ, ਉਹਨਾਂ ਨੂੰ ਪਿੰਡਾਂ ਦੇ ਗ੍ਰਿਡ ਨਾਲ ਜੋੜ ਦਿਓ, ਉਹਦੇ ਨਾਲ ਜੋੜ ਦਿਓ, ਕੀ ਨਾਮ ਹੈ, ਪਾਵਰ ਗ੍ਰਿਡ ਨਾਲ ਜੋੜ ਦਿਓ, ਤਾਂ ਕਿ ਉਹ ਸਿੱਧੀ ਉਧਰ ਚੱਲਦੀ। ਤਾਂ ਹੋਊਗਾ ਕਿ ਇੱਕ ਟਾਈਮ ਇਹੋ ਜਿਹਾ ਆਊਗਾ ਕਿ ਅਸੀਂ ਇਹ ਜਿਹੜੀ ਬਿਜਲੀ ਹੈਗੀ ਆ ਅਸੀਂ ਥਰਮਲਾਂ ਲਈ ਯੂਜ਼ ਕਰਦੇ ਹਾਂ, ਸਾਨੂੰ ਇਹ ਬੰਦ ਕਰਨੀ ਪੈ ਸਕਦੀ ਹੈ। ਨਹੀਂ, ਤੁਹਾਡਾ ਮੰਨਣਾ ਹੈ ਕਿ ਜਿਹੜੀ ਅਸੀਂ ਹੁਣ ਮੁਫਤ ਬਿਜਲੀ ਦਾ ਚਰਚਾ ਕਰਦੇ ਹਾਂ, ਫਿਰ ਕੱਲ ਨੂੰ ਅਸੀਂ ਪਾਵਰਕਾਮ ਨੂੰ ਉਲਟਾ ਬਿਜਲੀ ਵੇਚਣ ਲੱਗ ਜਾਵਾਂਗੇ। ਮੈਨੂੰ ਲੱਗਦਾ ਕਿ ਫਾਰਮਰ ਇਸ ਸਥਿਤੀ 'ਚ ਪਹੁੰਚ ਜਾਏਗਾ, ਉਹਦਾ ਫਾਇਦਾ ਕਿਸਾਨ ਨੂੰ ਮਿਲੇਗਾ। ਬਈ ਉਹ ਪੈਸਾ ਜਿਹੜਾ ਵੀ ਉਹ ਜਿੰਨੀ ਬਿਜਲੀ ਦੇਗਾ ਕਿਸਾਨ ਨੂੰ, ਉਨੀ ਉਹਦੇ ਘਰ ਵਾਲੀ ਬਿਜਲੀ ਦੇ ਮੀਟਰ 'ਚ ਮਾਫ ਹੋਵੇ, ਜਾਂ ਉਹਨੂੰ ਉਹਦੇ ਖਾਤੇ 'ਚ ਆਵੇ, ਕਰ ਲੈ, ਉਹਦੇ ਨਾਲ ਜੋੜ ਲਓ ਜਾਂ ਉਹਨੂੰ ਦੇ ਹੀ ਦਿਓ। ਦੇਖੋ ਕਈ ਵਾਰੀ ਕੀ ਹੈ ਕਿ ਖਾਤੇ ਜੋੜਨੇ ਬੜੇ ਔਖੇ ਹੁੰਦੇ ਆ, ਤੁਸੀਂ ਕਹੋ ਵੀ ਤੁਸੀਂ ਸਾਨੂੰ 200 ਯੂਨਿਟ ਦਿੱਤੀ ਜਾਂ 200 ਯੂਨਿਟ ਦਾ ਪੈਸਾ ਚੱਕੋ ਤੁਹਾਡੇ ਖਾਤੇ 'ਚ। ਤੇ ਮੈਨੂੰ ਲੱਗਦਾ ਵੀ ਇਹ ਫਾਰਮੂਲਾ ਕਿਤੇ ਜ਼ਿਆਦਾ ਸੌਖਾ ਹੈ। ਤਾਂ ਕੱਲ ਮਨਪ੍ਰੀਤ ਬਾਦਲ ਹੋਰਾਂ ਨੇ ਕਿਹਾ ਵੀ 2 ਰੁਪਏ 55 ਪੈਸੇ ਪਰ ਯੂਨਿਟ ਮਤਲਬ ਜਿਹੜੀ ਹੈਗੀ ਹੈ ਸੋਲਰ ਦੀ ਅੱਜ ਕੱਲ ਬਿਜਲੀ ਪੈ ਰਹੀ ਹੈ। ਟੈਕਨੋਲੋਜੀ ਲਗਾਤਾਰ ਵਿਕਸਿਤ ਹੋ ਰਹੀ ਹੈ, ਤਾਂ ਮੈਨੂੰ ਲੱਗਦਾ ਵੀ ਜੇ ਚਰਨਬੱਧ ਤਰੀਕੇ ਨਾਲ ਕਰਨਗੇ ਤਾਂ ਹੋ ਸਕਦਾ ਕਿ ਕੱਲ ਨੂੰ ਟੈਕਨੋਲੋਜੀ ਹੋਰ ਚੇਂਜ ਹੋਏ, ਤਾਂ ਹੋਰ ਜਦੋਂ ਚੇਂਜ ਹੋਊਗੀ ਤਾਂ ਹੋ ਸਕਦਾ ਕਿ ਇਹ ਬਿਜਲੀ ਹੋਰ ਸਸਤੀ ਹੋਵੇ। ਫਿਰ ਸਾਡੇ ਕੋਲੇ ਜਿਹੜੇ ਇਹ ਬਿਜਲੀ ਹੈਗੀ ਹੈ ਇਹ ਬਿਲਕੁਲ ਫ੍ਰੀ ਹੈ, ਮਤਲਬ ਤੁਹਾਡੀ ਇੱਕ ਵਾਰ ਦੀ ਕੈਪੀਟਲ ਇਨਵੈਸਟਮੈਂਟ ਹੈ ਨਾ, ਉਸ ਤੋਂ ਬਾਅਦ ਇਹ ਫ੍ਰੀ ਹੋ ਜਾਣੀ ਹੈ। ਤੇ ਉਹਦੇ ਨਾਲ ਜਿਹੜੀ ਦੂਜੀ ਬਿਜਲੀ ਅਸੀਂ ਲੈ ਰਹੇ ਹਾਂ ਉਹਦੀ ਖਪਤ ਘਟਣੀ ਹੈ, ਤਾਂ ਉਹ ਸਸਤੀ ਵੀ ਹੋਊਗੀ। ਪਲੱਸ ਸਾਡੇ ਜਿਹੜੇ ਇਹ ਭੰਡਾਰ ਨੇ ਨਾ ਕੋਇਲੇ ਦੇ, ਇਹ ਸੀਮਿਤ ਨੇ। ਅਸੀਂ ਗਵਰਨਮੈਂਟ ਆਫ ਇੰਡੀਆ ਸਾਨੂੰ ਕਈ ਵਾਰ ਕਹਿ ਚੁੱਕੀ ਹੈ ਵੀ ਤੁਸੀਂ ਆਪਣੀ ਜਿੰਨੀ ਯੂਜ਼ਸ ਹੈ ਉਹਦਾ 30% ਕੋਇਲਾ ਕਿਤੋਂ ਹੋਰ ਯੂਜ਼ ਲਓ, ਅਸੀਂ ਨਹੀਂ ਦੇ ਸਕਦੇ, ਅਸੀਂ 70% ਦੇਵਾਂਗੇ। ਤਾਂ ਹੀ ਉਹ ਬਾਰ-ਬਾਰ ਕੋਇਲੇ ਦੀ ਖਪਤ ਜੇ ਘਟਣ ਲੱਗ ਜਾਏ ਸਾਨੂੰ, ਤਾਂ ਮੈਨੂੰ ਇਹ ਲੱਗਦਾ ਵੀ ਜੇ ਖਪਤ ਘਟਣ ਲੱਗ ਜੇ ਤਾਂ ਇਹ ਕਿਸੇ ਟਾਈਮ ਤਾਂ ਤੁਹਾਡੇ ਕੋਲ ਫ੍ਰੀ ਹੋ ਜਾਏਗੀ। ਪਲੱਸ ਜਿਹੜਾ ਇਹ ਇੱਕ ਸਾਡਾ ਦੇਖੋ ਕੁਦਰਤੀ ਭੰਡਾਰ ਹੈ ਕੋਇਲਾ, ਔਰ ਇਹ ਇੱਕ ਦਿਨ 'ਚ ਤਾਂ ਕੋਇਲਾ ਨਹੀਂ ਬਣਦਾ ਨਾ, ਲੱਖਾਂ ਸਾਲ ਲੱਗ ਜਾਂਦੇ, ਤਾਂ ਅਸੀਂ ਲੱਖਾਂ ਸਾਲ ਨੂੰ ਘੰਟਿਆਂ 'ਚ ਖਤਮ ਕਰ ਰਹੇ ਹਾਂ। ਸੋ ਮੈਨੂੰ ਇਹ ਲੱਗਦਾ ਵੀ ਇਹ ਥੋੜਾ ਜਿਹਾ ਇਹਦੇ ਉੱਤੇ ਸੋਚਣ ਦੀ ਲੋੜ ਹੈ। ਅਸੀਂ ਹੁਣ ਬਹੁਤ ਅੱਗੇ ਨਿਕਲ ਚੁੱਕੇ ਹਾਂ। ਇਹ ਇੰਦਰਪ੍ਰੀਤ ਹੋਰਾਂ ਦਾ ਜਿਹੜਾ ਸੁਝਾਅ ਹੈ ਗੌਰ ਮੰਗਦਾ। ਸਰਕਾਰਾਂ ਜੇਕਰ ਇਸ ਹਿਸਾਬ ਨਾਲ ਗੌਰ ਕਰਨਗੇ, ਇੱਕ ਬਲਾਕ ਦੇ ਹਿਸਾਬ ਨਾਲ ਜੇਕਰ ਕਾਰਵਾਈ ਸ਼ੁਰੂ ਕੀਤੀ ਜਾਵੇ, ਤਾਂ ਉੱਥੋਂ ਸਾਰਾ ਤਜਰਬਾ ਹੋ ਜਾਏਗਾ, ਗੁਣਾ ਘਟਾ ਜੋੜ ਘਟਾ ਕਿ ਕਿੰਨੇ ਕੁ ਖਾਤੇ 'ਚ ਫਾਇਦਾ ਹੁੰਦਾ, ਕਿੰਨਾ ਕੁ ਨੁਕਸਾਨ। ਪਰ ਜਿਹੜਾ ਇਹ ਸੰਭਾਵਨਾ ਬਣਦੀ ਹੈ ਕਿ ਇਹਦੇ ਵਿੱਚੋਂ ਕਿਸਾਨ ਨੂੰ ਕੱਲ੍ਹ ਨੂੰ ਮੋਟਰ ਦੀ ਤਾਂ ਬਿਜਲੀ ਮੁਫਤ ਮਿਲਣੀ ਹੈ। ਵਾਧੂ ਜਿਹੜੇ ਦਿਨਾਂ 'ਚ ਉਹ ਮੋਟਰ ਨਹੀਂ ਚਲਾਉਂਦਾ, ਉਹਨਾਂ ਦਿਨਾਂ ਦੀ ਬਿਜਲੀ ਜੇਕਰ ਉਹ ਪਾਵਰਕਾਮ ਨੂੰ ਵੇਚਦਾ, ਅੱਜ ਜਿਹੜਾ ਉਹਦੇ ਪਰ ਇਹ ਸਵਾਲੀਆ ਨਿਸ਼ਾਨ ਲਾਉਂਦੇ ਨੇ ਕਿ ਲੈ ਵੀ ਤੈਨੂੰ ਤਾਂ ਬਿਜਲੀ ਮੁਫਤ ਦਿੰਦੇ ਆ, ਫਿਰ ਉਹ ਕਿਹਾ ਕਰੇਗਾ ਕਿ ਮੇਥੋਂ ਚੱਕੋ ਬਿਜਲੀ। ਜੇਕਰ ਇਹ ਸਥਿਤੀ ਦੇ ਵਿੱਚ ਸਰਕਾਰ ਆ ਜਾਂਦੀ ਹੈ, ਪਰ ਸਵਾਲ ਫਿਰ ਉੱਥੇ ਹੀ ਆ ਕੇ ਮੁੱਕਦਾ ਜਿੱਥੋਂ ਇੰਦਰਪ੍ਰੀਤ ਹੋਰਾਂ ਨੇ ਗੱਲ ਸ਼ੁਰੂ ਕੀਤੀ ਸੀ ਕਿ ਸਰਕਾਰਾਂ ਦਿਖਾਉਂਦੀਆਂ ਬਹੁਤ ਕੁਛ ਨੇ, ਦਾਅਵੇ ਬਹੁਤ ਕੁਛ ਕਰਦੀਆਂ ਨੇ, ਵਾਅਦੇ ਬਹੁਤ ਕੁਛ ਕਰਦੀਆਂ ਨੇ, ਪਰ ਕੀ ਉਹਦੇ ਪਰ ਖਰਾ ਉਤਰਨਗੀਆਂ।
ਸੋ ਸਰਕਾਰ ਨੇ ਚਾਹੇ ਬਠਿੰਡਾ ਦੇ ਥਰਮਲ ਪਲਾਂਟ ਨੂੰ ਵਿਕਸਿਤ ਕਰਨ ਦਾ ਉਸ ਜ਼ਮੀਨ ਦਾ ਗਵਾਰਾ ਭਰਿਆ ਹੋਵੇ ਤੇ ਚਾਹੇ ਕਿਸਾਨਾਂ ਦੇ ਮੋਟਰਾਂ ਦੇ ਕੋਠਿਆਂ ਉੱਤੇ ਜਿਹੜਾ ਸੋਲਰ ਪਲਾਂਟ ਲਾਉਣ ਦਾ ਗਵਾਰਾ ਭਰਿਆ ਹੋਵੇ, ਇਸ ਗਵਾਰੇ ਦੇ ਵਿੱਚ ਹਵਾ ਹੈ ਜਾਂ ਹਕੀਕਤ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗੀ। ਫਿਰ ਇਸ ਮਸਲਿਆਂ ਤੇ ਲੈ ਕੇ ਚਰਚਾ ਲਈ ਪਰਤਾਂਗੇ, ਨਵੇਂ ਵਿਸ਼ਿਆਂ ਨਾਲ ਵੀ ਚਰਚਾ ਕਰਾਂਗੇ, ਹੋਰ ਮਹਿਮਾਨਾਂ ਨਾਲ ਵੀ ਚਰਚਾ ਕਰਦੇ ਰਹਾਂਗੇ। ਫਿਰ ਪਰਤਾਂਗੇ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।